ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸੈਕਰਾਮੈਂਟੋ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ, ਉਹਨਾਂ ਨੇ ਇੱਕ ਬਹੁਤ ਵੱਡਾ ਆਪਰੇਸ਼ਨ ਕੀਤਾ, ਜਿਹਦੇ ਨਾਲ 3 ਮਿਲੀਅਨ ਵਰਥ ਆਫ ਟੈਂਪਰਡ ਜਿਹੜੇ ਗਿਫਟ ਕਾਰਡਸ ਆ, ਉਹ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਲੱਭੇ ਹੈਗੇ ਆ। ਇਨਵੈਸਟੀਗੇਸ਼ਨ ਨਵੰਬਰ 14 ਨੂੰ ਇਹ ਸ਼ੁਰੂ ਹੋਈ ਸੀ, ਗਿਫਟ ਕਾਰਡ ਟੈਂਪਰਿੰਗ ਆਪਰੇਸ਼ਨ ਦੀ, ਤੇ ਕਹਿੰਦੇ 100 ਤੋਂ ਵੱਧ ਰੀਟੇਲ ਲੋਕੇਸ਼ਨਸ ਆਲ ਓਵਰ ਜਿਹੜੀਆਂ 8 ਕੈਲੀਫੋਰਨੀਆ ਦੀਆਂ ਕਾਉਂਟੀਜ਼ ਹੈਗੀਆਂ ਆ, ਉਹਨਾਂ ਨੂੰ ਆਲਰੇਡੀ ਇਫੈਕਟ ਕਰ ਚੁੱਕੇ ਹੈਗੇ ਆ। 7000 ਤੋਂ ਵੱਧ ਟੈਂਪਰਡ ਗਿਫਟ ਕਾਰਡ, ਜਿਨ੍ਹਾਂ ਦੀ ਵੈਲਿਊ $3 ਮਿਲੀਅਨ ਬਣਦੀ ਹੈਗੀ ਆ, ਉਹ ਇੰਨਾ ਲਾਸ ਜਿਹੜਾ ਹੋਇਆ ਆ। 4 ਲੋਕਾਂ ਨੂੰ ਅਰੈਸਟ ਕੀਤਾ ਗਿਆ, 2 ਕਾਰਾਂ ਵੀ ਜਿਹੜੀਆਂ ਆ ਇੰਪਾਊਂਡ ਕੀਤੀਆਂ ਗਈਆਂ। ਸ਼ੈਰਿਫਸ ਦਾ ਜਿਹੜਾ ਆਫਿਸ ਆ, ਉਹਨਾਂ ਨੇ ਆਫਿਸ ਆਫ ਆਰਗੇਨਾਈਜ਼ਡ ਰਿਟੇਲ ਕ੍ਰਾਈਮ, ਉਹਨਾਂ ਨੇ ਕਿਹਾ ਵੀ ਅਸੀਂ $10 ਮਿਲੀਅਨ ਵਰਥ ਆਫ ਟੈਂਪਰਡ ਗਿਫਟ ਕਾਰਡਸ ਜੋ ਆਲਰੇਡੀ ਇਹਦਾ ਜਿਹੜਾ ਚੋਰੀ ਹੋਣੀ ਸੀ ਜਾਂ ਜਿਹੜਾ ਟੈਂਪਰਡ ਕਰਕੇ ਨੁਕਸਾਨ ਹੋਣਾ ਸੀ, ਆਲਰੇਡੀ ਰੋਕ ਚੁੱਕੇ ਹੈਗੇ ਆ। ਤੇ ਰੀਸੈਂਟਲੀ ਐਲਗਰੋਵ ਦੀ ਪੁਲਿਸ ਡਿਪਾਰਟਮੈਂਟ, ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ, US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਇਹ ਸਾਰਿਆਂ ਨੇ ਰਲ ਕੇ ਜਿਹੜਾ ਇਹ ਆਪਰੇਸ਼ਨ ਕੀਤਾ ਜੀ। ਅਗਲੀ ਗੱਲ ਕਰੀਏ, ਆਪਣੇ ਗਵਾਂਢੀ ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ਦੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ, ਉਹਨਾਂ ਦੇ ਨਾਲ ਡਿਨਰ ਦੇ ਲਈ ਈਵਨਿੰਗ ਦੇ ਵਿੱਚ ਜਿਹੜੇ ਉਹ ਪਹੁੰਚੇ ਹੋਏ ਆ। ਸੋ ਮਾਰ-ਆ-ਲਾਗੋ ਦੇ ਵਿੱਚ ਕਹਿੰਦੇ ਵੀ ਇਹ ਆਪਸ ਦੇ ਵਿੱਚ ਗੱਲਬਾਤ ਕਰਨਗੇ। ਮੀਟਿੰਗ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਉਂਦੀ ਆ ਜਦੋਂ ਟਰੰਪ ਹੁਣਾਂ ਨੇ ਕਿਹਾ ਆ ਵੀ ਟੈਰਿਫਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਾਧਾ ਕੀਤਾ ਜਾ ਸਕਦਾ ਆ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਜਿਹੜੇ ਕੈਨੇਡਾ ਤੋਂ ਆ ਰਹੇ ਪ੍ਰੋਡਕਟ ਆ ਤੇ ਮੈਕਸੀਕੋ ਤੋਂ ਆ ਰਹੇ ਪ੍ਰੋਡਕਟ ਆ, ਉਹਨਾਂ ਦੇ ਉੱਤੇ 25% ਟੈਰਿਫ ਜਿਹੜਾ ਆ ਉਹ ਲੱਗੇਗਾ। ਉਹ ਜਿਹੜੀ ਹੋ ਚੁੱਕੀ ਅਨਾਊਂਸਮੈਂਟ ਆ, ਉਸ ਤੋਂ ਬਾਅਦ 'ਚ ਜਸਟਿਨ ਟਰੂਡੋ ਉਹ ਭੱਜੇ ਕਹਿੰਦੇ ਵੀ ਮਾਰ-ਆ-ਲਾਗੋ ਦੇ ਵਿੱਚ ਪਹੁੰਚੇ ਆ। ਹੁਣ ਇਹਦੇ ਆਪਸ ਦੇ ਵਿੱਚ ਇਹ ਗੱਲਾਂ ਬਾਤਾਂ ਹੋਣਗੀਆਂ ਵੀ ਟੈਰਿਫ ਵਾਲਾ ਰੌਲਾ ਆ ਕਿਸ ਤਰੀਕੇ ਦੇ ਨਾਲ ਮੁੱਕੇ। ਜਿਹੜੇ ਟਰੂਡੋ ਹੁਣਾਂ ਨੇ ਕਾਨਫਰੰਸ ਦੇ ਵਿੱਚ ਕਿਹਾ ਆ, ਕਹਿੰਦੇ ਵੀ ਇੱਕ ਇੰਪੋਰਟੈਂਟ ਗੱਲ ਇਹ ਅੰਡਰਸਟੈਂਡ ਕਰਨ ਦੀ ਗੱਲ ਆ ਵੀ ਡੋਨਲਡ ਟਰੰਪ ਜਦੋਂ ਉਹ ਸਟੇਟਮੈਂਟ ਕਰਦੇ ਨੇ ਤਾਂ ਉਹ ਪਲਾਨ ਕਰਦੇ ਨੇ ਵੀ ਉਸ ਨੂੰ ਕੈਰੀ ਆਊਟ ਵੀ ਜਿਹੜਾ ਉਹ ਕੀਤਾ ਜਾਵੇ, ਯਾਨੀ ਕਿ ਉਹ ਆਪਣੀ ਗੱਲ ਨੂੰ ਪੂਰਿਆਂ ਵੀ ਕਰਦੇ। ਇਹਦੇ ਵਿੱਚ ਕੋਈ ਕੁਐਸਚਨ ਵਾਲੀ ਗੱਲ ਨਹੀਂ ਹੈਗੀ। ਸੋ ਕਹਿੰਦੇ ਵੀ ਇਹ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਆ ਪੁਆਇੰਟ ਆਊਟ ਇਹ ਕਰਨਾ ਵੀ ਇੱਦਾਂ ਕਰਨ ਦੇ ਨਾਲ ਕੈਨੇਡੀਅਨਜ਼ ਨੂੰ ਹੀ ਨਹੀਂ ਬਲਕਿ ਅਮਰੀਕਾ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਇਹਨਾਂ ਟੈਰਿਫਸ ਦਾ ਨੁਕਸਾਨ ਹੋ ਸਕਦਾ ਆ, ਜਿਸ ਨਾਲ ਅਮਰੀਕਨ ਸਿਟੀਜ਼ਨਸ ਨੂੰ ਵਧੀਆਂ ਹੋਈਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਇੱਥੋਂ ਦੀ ਇੰਡਸਟਰੀ ਤੇ ਬਿਜ਼ਨਸ ਉੱਤੇ ਵੀ ਮਾੜਾ ਅਸਰ ਹੋਊਗਾ। ਟਰੂਡੋ ਹੁਣਾਂ ਨੇ ਕਿਹਾ ਵੀ ਉਹ ਤੇ ਜਿਹੜੇ ਟਰੰਪ ਹੁਣਾਂ ਦੇ ਨਾਲ ਮਿਲ ਕੇ ਵਰਕ ਟੂਗੈਦਰ ਕਰਨਗੇ, ਇਕੱਠੇ ਮਿਲ ਕੇ ਕੰਮ ਕਰਨਗੇ ਤੇ ਜਿਹੜੇ ਇਸ ਨਾਲ ਸੰਬੰਧਿਤ ਕੋਈ ਗਿਲੇ ਸ਼ਿਕਵੇ ਨੇ, ਕੰਸਰਨਸ ਨੇ, ਇਸ਼ੂਜ਼ ਆ, ਉਹਨਾਂ ਨੂੰ ਜਿਹੜਾ ਆ ਸੁਲਝਾਇਆ ਜਾਊਗਾ।
ਟਰੰਪ ਹੁਣਾਂ ਦੇ ਇਹ ਜਿਹੜੇ ਟੈਰਿਫਸ ਆ ਕਹਿੰਦੇ ਵੀ ਜੇ ਇਹ ਲਾ ਦਿੱਤੇ ਜਾਂਦੇ ਆ ਤੇ ਅਮਰੀਕਾ ਦੀ ਸਪਲਾਈ ਚੇਨ ਤੇ ਇੰਡਸਟਰੀ ਜੋ ਕਿ ਕੈਨੇਡਾ ਦੇ ਉੱਤੇ ਸਮਾਨ ਦੇ ਉੱਤੇ ਬੇਸਿਕਲੀ ਡਿਪੈਂਡ ਕਰਦੀ ਆ, ਰਿਲਾਇੰਟ ਆ, ਉਹਦੇ ਵਿੱਚ ਬਹੁਤ ਵੱਡਾ ਭੁਚਾਲ ਆ ਜਾਵੇਗਾ। ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਵੀ ਯੂਐਸ ਤੇ ਕੈਨੇਡਾ ਦੀ ਜਿਹੜੀ ਸ਼ੁਰੂਆਤੀ ਦੌਰ ਆ, ਰਿਲੇਸ਼ਨਸ਼ਿਪ ਥੋੜਾ ਬਹੁਤਾ ਉਥਲ ਪੁਥਲ ਵਾਲਾ ਹੀ ਜਿਹੜਾ ਰਿਹਾ, ਰੌਕੀ ਰਿਲੇਸ਼ਨਸ਼ਿਪ ਸੀਗਾ, ਖਾਸ ਕਰਕੇ ਟ੍ਰੇਡ ਨੂੰ ਜਿਹੜਾ ਉਹ ਲੈ ਕੇ। ਟਰੰਪ ਹੁਣਾਂ ਨੇ ਕੈਨੇਡਾ ਦੇ ਉਲਟ ਟੈਰਿਫਸ ਵਰਤੇ ਸੀਗੇ ਨੈਗੋਸ਼ੀਏਟ ਕਰਨ ਦੇ ਲਈ। ਜਿਹੜਾ ਨਾਫਟਾ ਸੀ ਉਸ ਨੂੰ USMCA ਨਵਾਂ ਜਿਹੜਾ ਐਗਰੀਮੈਂਟ ਆ ਉਸ ਵਿੱਚ ਤਬਦੀਲ ਕਰਕੇ। ਕਈ ਯੂਐਸ ਦੇ ਜਿਹੜੇ ਇੰਪੋਰਟ ਕੈਨੇਡਾ ਤੇ ਮੈਕਸੀਕੋ ਤੋਂ ਜੋ ਆ ਰਹੇ ਨੇ ਉਹਨਾਂ ਟੈਰਿਫਸ ਨੂੰ ਐਗਜ਼ੈਂਪਟ ਕੀਤਾ ਗਿਆ ਹੈਗਾ ਆ USMCA ਟ੍ਰੇਡ ਐਗਰੀਮੈਂਟ ਦੇ ਤਹਿਤ। ਇਹ ਤਿੰਨਾਂ ਮੁਲਕਾਂ ਨੇ ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਕੀਤਾ ਸੀਗਾ। ਇਸ ਤੋਂ ਪਹਿਲਾਂ ਟਰੰਪ ਹੁਣਾਂ ਨੇ ਮੈਕਸੀਕੋ ਦੀ ਨਵੀਂ ਚੁਣੀ ਗਈ ਜਿਹੜੀ ਰਾਸ਼ਟਰਪਤੀ ਆ ਕਲੌਡੀਆ ਸ਼ੈਨਬੌਮ, ਉਹਨਾਂ ਨਾਲ ਵੀ ਫੋਨ ਦੇ ਉੱਤੇ ਇਸ ਸੰਬੰਧ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਹੈਗੀ ਆ। ਸੋ ਟਰੰਪ ਨੇ ਕਿਹਾ ਸੀਗਾ ਵੀ ਸ਼ੈਨਬੌਮ ਮੰਨ ਗਈ ਆ US ਮੈਕਸੀਕੋ ਬਾਰਡਰ ਨੂੰ ਸ਼ਟ ਡਾਊਨ ਕਰਨ ਦੇ ਲਈ, ਪਰ ਸ਼ੈਨਬੌਮ ਨੇ ਆਪ ਜਿਹੜਾ ਇਹ ਗੱਲ ਕਹੀ ਤੋਂ ਜਿਹੜਾ ਉਹ ਇਨਕਾਰ ਕਰ ਦਿੱਤਾ ਸੀਗਾ। ਪਰ ਟਰੂਡੋ ਹੁਣੀ 25% ਟੈਰਿਫ ਨਾ ਲੱਗੇ ਇਸ ਖਾਤਰ ਮਾਰ-ਆ-ਲਾਗੋ ਦੇ ਵਿੱਚ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਆ, ਜਾਂ ਅੱਗੇ ਕੀ ਸੰਬੰਧ ਉਹ ਬਣਾਉਣਾ ਚਾਹੁੰਦੇ ਆ, ਕੀ ਟ੍ਰੇਡ ਦਾ ਐਗਰੀਮੈਂਟ ਹੋਊਗਾ, ਕਿਉਂਕਿ ਅਸਰ ਦੋਨਾਂ ਮੁਲਕਾਂ ਤੇ ਹੀ ਇਹਨਾਂ ਟੈਰਿਫਸ ਦਾ ਪੈ ਸਕਦਾ ਆ। ਜੀ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਸੁਣੀਆਂ ਹੋਣੀਆਂ ਕਿ ਹਿਸਾਬ ਦੇ ਨਾਲ ਇੰਡੀਆ ਦਾ ਮੀਡੀਆ ਕਹਿ ਰਿਹਾ ਸੀ ਵੀ ਟਰੰਪ ਨੇ ਤਾਂ ਜੀ ਟਰੂਡੋ ਨਾਲ ਗੱਲਬਾਤ ਹੀ ਨਹੀਂ ਕਰਨੀ। ਸੋ ਪੂਰੇ ਆਪਣੇ ਕੈਬਨਿਟ ਦੇ ਬਹੁਤ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਉਹ ਟਰੰਪ ਉਹਨਾਂ ਦੇ ਨਾਲ ਡਿਨਰ ਕਰ ਰਹੇ ਆ ਮਾਰ-ਆ-ਲਾਗੋ, ਜਿਹੜਾ ਉਹਨਾਂ ਦਾ ਆਪਣਾ ਘਰ ਹੈਗਾ ਟਰੰਪ ਉਹਨਾਂ ਦਾ ਉੱਥੇ। ਸੋ ਉਹਨਾਂ ਨੇ, ਕਿਉਂਕਿ ਟਰੰਪ ਉਹਨਾਂ ਨੇ ਟੈਰਿਫ ਦੀ ਜ਼ਰੂਰ ਕਿਹਾ ਹੈ ਵੀ ਮੈਕਸੀਕੋ ਤੇ ਕੈਨੇਡਾ ਦੇ ਲਾਣਾ, ਪਰ ਥੋੜਾ USA ਦੇ ਵਿੱਚ ਵੀ ਵਿਰੋਧ ਹੋ ਰਿਹਾ ਆ ਵੀ ਇਹਦੇ ਨਾਲ ਅਮਰੀਕਨ ਸਿਟੀਜ਼ਨਸ ਜਿਹੜੇ ਆ, ਅਮਰੀਕਨ ਲੋਕ ਆ, ਉਹਨਾਂ ਨੂੰ ਵੀ ਮਹਿੰਗਾ ਸਮਾਨ ਮਿਲੂਗਾ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਕਾਊਂਟਰ ਪ੍ਰੋਡਕਟਿਵ ਹੋਊਗਾ ਤੇ ਜਿਹੜਾ ਸਾਡਾ ਰਿਲੇਸ਼ਨ ਆ ਮੈਕਸੀਕੋ ਨਾਲ, ਕੈਨੇਡਾ ਨਾਲ, ਫਿਰ ਬਾਹਲਾ ਗੁੱਡ ਨਹੀਂ ਰਹੂਗਾ। ਸੋ ਹੋ ਸਕਦਾ ਟਰੰਪ ਹੁਣੀ ਜਿਹੜਾ ਇਹਦੇ ਉੱਤੇ ਦੁਬਾਰਾ ਕੀ ਸੋਚ ਲੈਣ ਵੀ ਘੱਟੋ ਘੱਟ ਜਿਹੜੇ ਆਪਣੇ ਗੁਆਂਢੀ ਮੁਲਕ ਆ, ਜਿਹੜਾ ਉੱਥੋਂ ਸਮਾਨ ਆਉਂਦਾ ਜਾਂਦਾ ਆ, ਜੇ ਉਹ ਸਾਡੇ ਤੇ ਨਹੀਂ ਟੈਰਿਫ ਕੋਈ ਲਾਉਂਦੇ ਤੇ ਫਿਰ ਆਪਾਂ ਵੀ ਨਾ ਉਹਨਾਂ ਦੇ ਉੱਤੇ ਲਾਈਏ। ਪਰ ਇੱਕ ਗੱਲ ਜ਼ਰੂਰ ਆ ਵੀ ਦੋਨਾਂ ਮੁਲਕਾਂ ਦੇ ਨਾਲ ਉਹਨਾਂ ਦੀ ਇਸ ਇਸ਼ੂ ਦੇ ਉੱਤੇ ਗੱਲ ਹੋਣੀ ਆ ਵੀ ਕੰਪਲੀਟਲੀ ਜਿਹੜਾ ਬਾਰਡਰ ਆ ਉਹ ਸ਼ਟ ਡਾਊਨ ਹੋਣਾ ਚਾਹੀਦਾ ਇਲੀਗਲ ਇਮੀਗ੍ਰੇਸ਼ਨ ਦੇ ਲਈ। ਇਹ ਉਹਨਾਂ ਨੇ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੂੰ ਵੀ ਕਲੀਅਰਲੀ ਕਿਹਾ ਹੋਇਆ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਕਲੀਅਰਲੀ ਜਿਹੜਾ ਆ ਕਿਹਾ ਹੋਇਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਕਹਿੰਦੇ ਵੀ ਕੈਲੀਫੋਰਨੀਆ ਦਾ ਇੱਕ ਰੈਜ਼ੀਡੈਂਟ ਜੋ ਕਿ ਫ੍ਰੈਜ਼ਨੋ ਕਾਉਂਟੀ ਦਾ ਰਹਿਣ ਵਾਲੇ ਸੀ, ਉਸ ਦੀ ਰੇਬੀਜ਼ ਦੇ ਨਾਲ ਮੌਤ ਹੋਈ ਆ। ਕਹਿੰਦੇ ਵੀ ਇੱਕ ਇਨਫੈਕਟਡ ਬੈਟ ਜਿਹੜੀ ਚਾਮ ਚਿੜਕ ਹੁੰਦੀ, ਚਮਗਿੱਦੜ ਜਿਸ ਨੂੰ ਆਖ ਦਿੰਦੇ ਆ, ਉਸ ਦੇ ਦੰਦੀ ਵੱਢਣ ਤੋਂ ਬਾਅਦ 'ਚ ਉਹ ਰੇਬੀਜ਼ ਦਾ ਸ਼ਿਕਾਰ ਹੋਏ ਸੀ। 30 ਸਾਲਾਂ 'ਚ ਕਹਿੰਦੇ ਪਹਿਲੀ ਵਾਰ ਰੇਬੀਜ਼ ਦਾ ਇੱਕ ਅਜਿਹਾ ਕੇਸ ਦੇਖਣ ਨੂੰ ਮਿਲਿਆ ਹੈਗਾ ਆ, ਜਿਸ ਦੇ ਕਰਕੇ ਇਹ ਜਿਹੜੀ ਚੀਜ਼ ਵਾਪਰੀ ਆ। ਕਹਿੰਦੇ ਵੀ ਪਿਛਲੇ ਹਫ਼ਤੇ ਉਹਨਾਂ ਦੀ ਮੌਤ ਹੋਈ ਸੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਉਹ ਜਿਹੜਾ ਇਸ ਨੂੰ ਚਮਗਿੱਦੜ ਤੇ ਜਿਹੜਾ ਵੱਢਿਆ ਆ, ਦੰਦੀ ਵੱਢੀ ਆ, ਉਹ ਮਰਸੈਡ ਕਾਉਂਟੀ ਦੇ ਵਿੱਚ ਇਸ ਦੀ ਘਟਨਾ ਹੋਈ ਸੀ। ਮਿਡ ਨਵੰਬਰ ਦੇ ਵਿੱਚ ਜ਼ੇਰੇ ਇਲਾਜ ਹੋਏ ਤੇ ਉਸ ਤੋਂ ਬਾਅਦ 'ਚ ਸਟੇਟ ਤੇ ਲੋਕਲ ਹੈਲਥ ਅਧਿਕਾਰੀ ਆ, ਉਸ ਦੇ ਨਾਲ CDC ਵਾਲਿਆਂ ਨੇ ਇਸ ਦੀ ਇਨਵੈਸਟੀਗੇਸ਼ਨ ਕੀਤੀ ਤੇ ਉਹ ਇਹ ਮੰਨ ਰਹੇ ਆ ਵੀ ਇਸ ਦੀ ਬਿਮਾਰੀ ਦਾ ਕਾਰਨ ਰੇਬੀਜ਼ ਜਿਹੜੀ ਬਿਮਾਰੀ ਆ ਉਹ ਹੋਈ ਆ। ਸੋ ਸੈਂਪਲ ਕਹਿੰਦੇ ਲਏ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਕਨਫਰਮ ਹੋਇਆ ਵੀ ਰੇਬੀਜ਼ ਦੇ ਜਿਹੜੇ ਟ੍ਰੇਸ ਆ ਉਹ ਨਿਕਲੇ ਨੇ। ਹੈਲਥ ਅਧਿਕਾਰੀਆਂ ਨੇ ਨੋਟ ਕੀਤਾ ਵੀ US ਦੇ ਵਿੱਚ ਰੇਬੀਜ਼ ਦੇ ਨਾਲ ਮੌਤਾਂ ਬਹੁਤ ਘੱਟ ਹੁੰਦੀਆਂ ਆ। 10 ਤੋਂ ਘੱਟ ਕੇਸ ਹਰ ਸਾਲ ਇਸ ਦੇ ਵਿੱਚ ਰਿਪੋਰਟ ਕੀਤੇ ਜਾਂਦੇ ਨੇ, ਪਰ ਤੁਹਾਨੂੰ ਪ੍ਰੀਕਾਸ਼ਨਸ ਜਿਹੜੀਆਂ ਉਹ ਜ਼ਰੂਰੀ ਲੈਣੀਆਂ ਚਾਹੀਦੀਆਂ ਆ। ਸਭ ਨੂੰ ਯਾਦ ਹੋਣਾ, ਦੁਨੀਆ ਨੂੰ ਖਿਲਾਰਨ ਵਾਲੀ ਜਿਹੜੀ ਬਿਮਾਰੀ ਆ ਉਹ ਵੀ ਇਦਾਂ ਹੀ ਰੇਬੀਜ਼ ਜਿੱਦਾਂ ਬੈਟਸ ਤੋਂ ਆ, ਉੱਥੋਂ ਤੁਰੀ ਜਿਹੜੀ ਉਹ ਮੰਨੀ ਜਾਂਦੀ ਆ। ਇਹ ਪਹਿਲਾ ਨਹੀਂ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਵਾਇਰਸ ਆ ਉਹ ਚਮਗਿੱਦੜਾਂ ਤੋਂ ਕਿਤੇ ਨਾ ਕਿਤੇ ਇਨਸਾਨਾਂ ਦੇ ਵੱਲ ਨੂੰ ਵੱਧ ਜਾਂਦੇ ਨੇ ਤੇ ਉਹ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਨੇ। ਸੋ 30 ਸਾਲਾਂ 'ਚ ਪਹਿਲੀ ਵਾਰ ਹੋਇਆ ਹਰਜੋਤ ਸਿੰਘ ਜੀ,
ਵੀ ਕੈਲੀਫੋਰਨੀਆ ਦਾ ਫ੍ਰੈਜ਼ਨੋ ਕਾਉਂਟੀ ਦਾ ਰਹਿਣ ਵਾਲਾ ਇੱਕ ਬੰਦਾ ਆ, ਉਹ ਚਾਮ ਚੜਿਕ ਦੀ ਦੰਦੀ ਦੇ ਕਰਕੇ ਰੇਬੀਜ਼ ਦਾ ਸ਼ਿਕਾਰ ਹੋਇਆ ਤੇ ਉਸ ਦੀ ਮੌਤ ਹੋਈ। ਅਗਲੀ ਖਬਰ ਵੱਲ ਚਲੀਏ। ਕੱਲ ਰਾਤੀ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗ ਸ਼ੁਰੂ ਹੋ ਗਈ ਤੇ 250 ਏਕੜ ਤੋਂ ਵੱਧ ਸਵੇਰੇ ਤੱਕ ਫੈਲ ਗਈ ਸੀ, ਖਾਸ ਕਰਕੇ ਰਿਵਰ ਸਾਈਡ ਵਾਲਾ ਜਿਹੜਾ ਏਰੀਆ ਹੈਗਾ। ਕਹਿੰਦੇ ਵੀ ਇਹ ਜਿਹੜੀ ਬਰਸ਼ ਫਾਇਰ ਆ ਹਜੇ ਤੱਕ ਵੀ ਬੁਝੀ ਨਹੀਂ ਹੈਗੀ। ਕੈਨੀਅਨ ਕ੍ਰੈਸਟ ਫਾਇਰ ਇਸ ਨੂੰ ਨਾਮ ਦਿੱਤਾ ਗਿਆ ਹੈਗਾ ਤੇ ਇਹ 7:30 ਵਜੇ ਦੇ ਕਰੀਬ 250 ਏਕੜ ਤੱਕ ਫੈਲ ਗਈ ਸੀ ਸਵੇਰੇ ਤੇ 0% ਕੰਟੇਨ ਸੀ। ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਹੈਗੀਆਂ, ਈਵਨ ਦੋ ਮੀਂਹ ਵੀ ਪੈ ਕੇ ਹਟਿਆ। ਉਹੀ ਮੇਨ ਰੀਜ਼ਨ ਹੈਗਾ। ਇਵੈਕੂਏਸ਼ਨ ਵਾਰਨਿੰਗ ਇਸ਼ੂ ਕੀਤੇ ਗਏ ਆ। ਜਰੂਪਾ ਹਿਲਸ, ਸਾਊਥ ਆਫ ਰਿਵਰ ਸਾਈਡ ਤੇ ਸੈਨ ਬਰਨਡੀਨੋ ਲਾਈਨ ਵਾਲਾ ਏਰੀਆ, ਤੁਹਾਨੂੰ ਪਤਾ ਵੀ ਰਿਵਰ ਸਾਈਡ 'ਚ ਗੁਰੂ ਘਰ ਵੀ ਹੈਗਾ ਆ। ਜਰੂਪਾ ਵੈਲੀ ਉਸ ਨੂੰ ਕਹਿੰਦੇ ਆ ਮੋਸਟਲੀ ਉਸ ਏਰੀਆ ਦੇ ਵਿੱਚ। ਵੈਸਟ ਆਫ ਸਿਆਰਾ ਐਵਨਿਊ, ਈਸਟ ਆਫ ਕਾਉਂਟੀ ਵਿਲੇਜ ਰੋਡ ਤੇ ਨਾਰਥ ਆਫ ਹਾਈਵੇ 60, ਇਹ ਸਾਰਾ ਨੇਬਰਹੁੱਡ ਜੋ ਜਰੂਪਾ ਹਿਲਸ ਨੂੰ ਬਾਰਡਰ ਕਰਦਾ ਆ, ਉੱਥੇ ਇਵੈਕੂਏਸ਼ਨ ਜਾਰੀ ਕੀਤੇ ਗਏ ਹੈਗੇ ਆ। ਜੀ, ਇਹ ਕੈਨੀਅਨ ਕ੍ਰੈਸਟ ਫਾਇਰ ਸੀਗੀ ਜਿਹੜੀ ਈਸਟ ਆਫ ਲਾਸ ਐਂਜਲਸ ਦੇ ਵਿੱਚ ਲੱਗੀ ਸੀ, ਜਿਹਦੇ ਵਿੱਚ ਇਵੈਕੂਏਸ਼ਨ ਜਾਰੀ ਹੋਏ ਸੀ। ਅਗਲੀ ਗੱਲ ਕਰੀਏ ਤਾਂ ਕਹਿੰਦੇ ਵੀ ਡੋਨਲਡ ਟਰੰਪ ਹੋਣਾ ਦਾ ਮਾਸ ਡੈਪੋਟੇਸ਼ਨ ਜੋ ਉਹਨਾਂ ਨੇ ਵਾਅਦਾ ਕੀਤਾ ਆ, ਉਹਦੇ ਨਾਲ ਕਹਿੰਦੇ ਵੀ ਇਕਨੋਮਿਕ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਅਸਰ ਹੋ ਸਕਦਾ ਆ। KRON ਜਿਹੜਾ ਚੈਨਲ 4 ਆ ਬੇ ਏਰੀਏ ਦਾ, ਉਹ ਇਹ ਰਿਪੋਰਟ ਕਰ ਰਿਹਾ ਵੀ ਇਸ ਦੇ ਨਾਲ ਬਿਲੀਅਨਸ ਆਫ ਡਾਲਰ ਡਾਇਰੈਕਟ ਡੈਮੇजेस ਇੰਡਸਟਰੀਜ਼, ਸਮਾਲ ਬਿਜ਼ਨੈਸਿਸ, ਐਗਰੀਕਲਚਰ, ਕੰਸਟਰਕਸ਼ਨ, ਚਾਈਲਡ ਕੇਅਰ, ਐਡਵੋਕੇਟਸ ਤੇ ਅਕੈਡਮਿਕਸ ਦੇ ਨਾਲ ਜਿਹੜਾ ਉਹ ਅਸਰ ਪੈ ਸਕਦਾ ਹੈ। ਇੰਪੈਕਟ ਕਹਿੰਦੇ ਵੀ ਹੋਰ ਵੀ ਕਈ ਖੇਤਰਾਂ ਦੇ ਵਿੱਚ ਇਸ ਦਾ ਅਸਰ ਜਿਹੜਾ ਉਹ ਪਊਗਾ। ਗੋਲਡਨ ਸਟੇਟ ਕਹਿੰਦੇ ਵੀ ਲੇਬਰ ਆਫ ਇਮੀਗ੍ਰੈਂਟਸ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਰਿਲਾਈ ਕਰਦੀ ਆ। 10 ਮਿਲੀਅਨ ਲੋਕ ਜੋ ਕਿ 27% ਕੈਲੀਫੋਰਨੀਆ ਦੀ ਪਾਪੂਲੇਸ਼ਨ ਬਣਦੀ ਆ, ਉਹ ਫੋਰਨ ਬੋਰਨ ਆ, ਯਾਨੀ ਕਿ ਅਮਰੀਕਾ ਤੋਂ ਬਾਹਰ ਉਹਨਾਂ ਦਾ ਜਨਮ ਹੋਇਆ। ਜਿਹੜੇ ਲੇਟੈਸਟ US ਸੈਂਸਸ ਦੇ ਡਾਟਾ ਤੋਂ ਇਹ ਪਤਾ ਲੱਗਦਾ ਆ। ਤੇ 1/5 ਕਹਿੰਦੇ ਵੀ ਇਹ ਮੰਨਿਆ ਜਾਂਦਾ ਵੀ ਇੱਥੇ ਅਨਡਾਕੂਮੈਂਟਡ ਨੇ 2020 ਦੇ ਵਿੱਚ 1.8 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦਾ ਜਿਹੜਾ ਸੂਬਾ ਆ, ਉਹ ਰਹਿੰਦੇ ਨੇ। ਪਿਊ ਰਿਸਰਚ ਸੈਂਟਰ ਜਿਹੜਾ ਉਹ ਦੱਸਦਾ ਹੈ, ਕਹਿੰਦੇ ਵੀ ਇਹ 2.4 ਮਿਲੀਅਨ ਵੀ ਹੋ ਸਕਦੇ ਨੇ। ਲੈਫਟ ਲੀਨਿੰਗ ਇੰਸਟੀਚਿਊਟ ਇੱਕ ਟੈਕਸੇਸ਼ਨ ਐਂਡ ਇਕਨੋਮਿਕ ਪਾਲਿਸੀ ਵਾਲੇ ਇਹ 2.5 ਮਿਲੀਅਨ ਦੇ ਤਕਰੀਬਨ ਇਹਨਾਂ ਨੂੰ ਮੰਨਦੇ ਨੇ। ਕਹਿੰਦੇ ਵੀ ਜੇ ਅਨਡਾਕੂਮੈਂਟਡ ਇਮੀਗ੍ਰੈਂਟ ਇੱਥੋਂ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਮਾਸ ਡੈਪੋਟੇਸ਼ਨ ਉਹਨਾਂ ਦੀ ਹੋ ਜਾਂਦੀ ਆ, ਤਾਂ 10% ਕੈਲੀਫੋਰਨੀਆ ਦੀ ਜਿਹੜੀ ਪ੍ਰੋਡਕਸ਼ਨ ਕਰਨ ਵਾਲੇ ਲੋਕ ਆ, ਉਹ ਸਿੱਧੇ ਇੱਥੋਂ ਨਿਕਲ ਜਾਣਗੇ। ਇੰਨੇ ਵੱਡਾ ਪੱਧਰ ਦਾ ਜਿਹੜਾ ਲਾਸ ਆਫ ਵਰਕਰਸ ਆ ਤੇ ਉਸਦੇ ਜਿਹੜੇ ਫਾਈਨੈਂਸ਼ੀਅਲ ਇੰਪੈਕਟ ਆ, ਉਹ ਕੈਲੀਫੋਰਨੀਆ ਦੇ ਲਈ ਸਹਿਣਯੋਗ ਸ਼ਾਇਦ ਨਾ ਹੋਵੇ। ਕੰਸਟਰਕਸ਼ਨ, ਐਗਰੀਕਲਚਰ, ਆਪਾਂ ਨੂੰ ਪਤਾ ਵੀ ਇੱਥੇ ਸਭ ਤੋਂ ਜ਼ਿਆਦਾ ਬਦਾਮ ਵੀ ਹੁੰਦੇ ਆ, ਵਾਈਨ ਵੀ ਇੱਥੇ ਬਹੁਤ ਆ, ਹੌਸਪਿਟੈਲਿਟੀ, ਇਸ ਦੇ ਵਿੱਚ ਇੱਕ ਬਹੁਤ ਵੱਡਾ ਸੈਸਮਿਕ ਕਹਿੰਦੇ ਵੀ ਭੁਚਾਲ ਆ ਜਾਊਗਾ। ਇਹੀ ਨਹੀਂ, ਕਹਿੰਦੇ ਵੀ ਹਰ ਇੱਕ ਸਾਫਟਵੇਅਰ ਇੰਜੀਨੀਅਰ ਦੇ ਕੋਲ ਆਰਮੀ ਆਫ ਨੈਨੀਜ਼ ਆ, ਫੂਡ ਸਰਵਿਸ ਵਰਕਰ ਆ, ਗਾਰਡਨਰਸ ਆ, ਉਹਦੇ ਉੱਤੇ ਵੀ ਸਿੱਧਾ ਜਿਹੜਾ ਇਸ ਦਾ ਅਸਰ ਪਊਗਾ। ਆਪਣੀ ਕੈਂਪੇਨ ਰੈਲੀਜ਼ ਦੇ ਵਿੱਚ ਟਰੰਪ ਹੋਣਾ ਨੇ ਇਹੀ ਕਿਹਾ ਸੀਗਾ ਵੀ ਭਾਈ ਅਸੀਂ ਜਿਹੜੇ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਹੈਗੇ ਨੇ, ਉਹਨਾਂ ਨੂੰ ਅਸੀਂ ਇੱਥੇ ਬਾਹਰ ਕੱਢਣਾ ਆ। ਉਹ ਇਸ ਦੇ ਜਵਾਬ ਦੇ ਵਿੱਚ ਇਹ ਵੀ ਦੇਖਿਆ ਵੀ ਗੈਵਨ ਨਿਊਸਮ ਹੋਣਾ ਨੇ ਇੱਕ ਵਿਸ਼ੇਸ਼ ਸੈਸ਼ਨ ਆਉਂਦੇ ਸੋਮਵਾਰ ਤੋਂ ਜਿਹੜਾ ਬੁਲਾਇਆ ਆ, ਜਿਸ ਦਿਨ ਸਾਈਬਰ ਮੰਡੇ ਆ 2 ਦਸੰਬਰ ਨੂੰ ਇਹਨਾਂ ਨੇ ਸਪੈਸ਼ਲ ਸੈਸ਼ਨ ਜਿਹੜਾ ਲਾਉਣਾ ਹੈ। ਤੇ ਕਹਿੰਦੇ ਅਸੀਂ ਟਰੰਪ ਪ੍ਰੂਫ ਜਿਹੜਾ ਆ ਚੀਜ਼ਾਂ ਨੂੰ ਜਿਹੜਾ ਉਹ ਕਰਾਂਗੇ, ਪਾਲਿਸੀਜ਼ ਜਿਹੜੀਆਂ ਉਹ ਕਰਾਂਗੇ। LA ਵਰਗੀ ਸਿਟੀ ਨੇ ਆਲਰੇਡੀ ਸਰਬਸੰਮਤੀ ਦੇ ਨਾਲ ਇਹ ਲਾਅ ਪਾਸ ਕਰ ਦਿੱਤਾ ਵੀ ਉੱਥੋਂ ਦੀ ਲੋਕਲ ਪੁਲਿਸ ਫੈਡਰਲ ਅਧਿਕਾਰੀਆਂ ਦਾ ਸਾਥ ਨਹੀਂ ਦੇਵੇਗੀ ਜੇ ਕੋਈ ਡੈਪੂਟੇਸ਼ਨਸ ਜਿੱਤੇ ਕੀਤੀਆਂ ਜਿਹੜੀਆਂ ਹੋ ਜਾਣਗੀਆਂ। ਤੇ ਪਰ ਦੂਜੇ ਪਾਸੇ ਅਮਰੀਕਾ ਦੇ ਹੋਰ ਸੂਬਿਆਂ 'ਚੋਂ ਖਬਰਾਂ ਇਹ ਵੀ ਆ ਰਹੀਆਂ ਆ ਵੀ ਕਈ ਜਿਹੜੇ ਸ਼ੈਰਿਫ ਡਿਪਾਰਟਮੈਂਟਸ ਨੇ ਉਹ ਇਸ ਟਾਈਮ ਤਿਆਰੀ ਵਿੱਢ ਰਹੇ ਆ ਇਹ ਮਦਦ ਕਰਨ ਦੇ ਲਈ ਵੀ ਟਰੰਪ ਉਹਨਾਂ ਦੀ ਜਿਹੜੀਆਂ ਮਾਸ ਡੈਪੋਟੇਸ਼ਨ ਦੇ ਵਿੱਚ ਉਹ ਮਦਦ ਕਰਨਗੇ। ਸੋ ਆਉਂਦੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ, ਸਹੁੰ ਚੁੱਕਣ ਤੋਂ ਬਾਅਦ ਦੇ ਵਿੱਚ ਲੱਗਦਾ ਵੀ ਕਾਫੀ ਗੁੱਥਮ-ਗੁੱਥਾ ਮਾਹੌਲ ਜਿਹੜਾ ਉਹ ਰਹਿਣ ਵਾਲਾ। ਸਿੰਘ ਜਿਹੜੇ ਆ ਉਹ ਖਾਸੇ ਫਸਣ ਵਾਲੇ ਆ, ਪਰ ਕੈਲੀਫੋਰਨੀਆ ਵਾਲੇ ਇਸ ਗੱਲੋਂ ਡਰੇ ਆ ਵੀ ਜੇ ਇੱਥੇ ਸਾਰੇ ਅਨਡਾਕੂਮੈਂਟਡ ਨੂੰ ਕੱਢ ਦਿੱਤਾ ਗਿਆ ਤਾਂ ਸਾਡੀ ਵਰਕਫੋਰਸ ਤੇ ਸਾਡੀ ਇਕਨੋਮਿਕ ਤੌਰ ਦੇ ਉੱਤੇ ਹਾਲਾਤ ਖਾਸੇ ਮਾੜੇ ਹੋ ਸਕਦੇ ਆ। ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਤੋਂ ਆ ਰਹੀ ਹੈ। ਕਹਿੰਦੇ ਅੱਜ ਦੀ ਦੁਨੀਆ ਦੇ ਵਿੱਚ ਵੀ ਲੋਕ ਬਹੁਤ ਬਹਾਦਰ ਹੈਗੇ ਆ ਜਿਹੜੇ ਕਿਸੇ ਨੂੰ ਜਲਦੀ ਹੋਈ ਅੱਗ ਦੇ ਵਿੱਚੋਂ, ਜਿੱਥੇ ਪਤਾ ਹੈ ਵੀ ਆਪ ਵੀ ਬੰਦਾ ਮਰ ਸਕਦਾ, ਉਹਨੂੰ ਕੱਢ ਲਿਆਉਂਦੇ ਹੈਗੇ ਆ।
ਸੈਕਰਾਮੈਂਟੋ ਦੇ ਨਾਰਥ ਗੇਟ ਨੇਬਰਹੁੱਡ ਦੇ ਵਿੱਚ ਅੱਗ ਲੱਗ ਗਈ ਇੱਕ ਘਰ ਦੇ ਵਿੱਚ, ਨਾਰਮਿੰਗਟਨ ਡਰਾਈਵ ਨੀਅਰ ਨਾਰਕ੍ਰਾਫਟ ਵੇ ਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਇੰਨੀ ਅੱਗ ਸੀ ਕੋਈ ਐਂਟਰ ਨਹੀਂ ਕਰ ਸਕਦਾ ਸੀ। ਨੇਬਰ ਜਿਹੜੇ ਦੌੜੇ ਆਏ, ਉਹਨਾਂ ਨੇ ਬਾਰ-ਬਾਰ ਟਰਾਈ ਕੀਤੀ। ਪਹਿਲਾਂ ਜਿਹੜਾ ਘਰ ਦਾ ਬੰਦਾ ਸੀ 17 ਸਾਲਾਂ ਦਾ ਬਜ਼ੁਰਗ ਸੀ, ਉਹਨੂੰ ਬਾਹਰ ਕੱਢਿਆ। ਬਾਅਦ ਦੇ ਵਿੱਚ ਧੂੰਆਂ ਇੰਨਾ ਸੀ ਐਂਟਰ ਨਹੀਂ ਕਰ ਸਕਦੇ ਸੀ। ਇੱਕ ਬੰਦੇ ਨੇ ਦੇਖਿਆ ਵੀ ਉੱਥੇ ਮੈਟ ਜਿਹੜਾ ਉਹ ਪਾਣੀ ਨਾਲ ਭਿੱਜਾ ਜਿਹੜਾ ਪਿਆ ਆ, ਤੇ ਉਸ ਨੂੰ ਉਹ ਸਿਰ ਦੇ ਉੱਤੇ ਰੱਖ ਕੇ ਜਦੋਂ ਅੰਦਰ ਭੱਜਿਆ ਤਾਂ ਦੇਖਿਆ ਵੀ 7 ਫੁੱਟ ਦੂਰੀ ਦੇ ਉੱਤੇ ਇੱਕ ਬਜ਼ੁਰਗ ਔਰਤ ਚੇਅਰ ਦੇ ਉੱਤੇ ਜਿਹੜੀ ਆ ਉਹ ਬੈਠੀ ਹੋਈ ਸੀ, ਅਨਕੌਂਸ਼ੀਅਸ ਸੀ। ਸੋ ਉਸ ਨੂੰ ਉਹ ਪੁੱਲ ਕਰਕੇ ਜਿਹੜਾ ਬਾਹਰ ਲੈ ਆਇਆ। ਸੋ ਜਿਹੜੇ ਫਾਇਰ ਫਾਈਟਰਸ ਆ ਉਹ ਵੀ ਐਪਰੀਸ਼ੀਏਟ ਕਰ ਰਹੇ ਵੀ ਇਹ ਬਹੁਤ ਵੱਡਾ ਜਿਹੜਾ ਦਿਲ ਵਾਲਾ ਕੰਮ ਸੀਗਾ, ਕਿਉਂਕਿ ਜਿੰਨੇ ਟਾਈਮ 'ਚ ਫਾਇਰ ਵਾਲਿਆਂ ਨੇ ਆਉਣਾ ਸੀ ਤਦ ਤੱਕ ਜਿਹੜੀ ਆ ਉਹਦੀ ਮੌਤ ਹੋ ਜਾਣੀ ਸੀ, ਕਿਉਂਕਿ ਲੱਕੜੀ ਦੇ ਘਰ ਆ, ਤੁਹਾਨੂੰ ਪਤਾ ਵੀ ਜਿਹੜੇ ਇੱਕਦਮ ਅੱਗ ਪੈਂਦੀ ਆ ਤੇ ਬਚਦਾ ਉੱਥੇ ਕੁਛ ਨਹੀਂ। ਕਹਿੰਦੇ ਜਦੋਂ ਉਹਨਾਂ ਦਾ ਕਰੂ ਪਹੁੰਚਿਆ ਤੇ ਫਰੰਟ ਯਾਰਡ ਦੇ ਵਿੱਚ ਦੋਨੋਂ ਹੀ ਜਿਹੜੇ ਆ ਬਜ਼ੁਰਗ ਬੈਠੇ ਹੋਏ ਸੀ, ਤੇ ਉਹਨਾਂ ਨੂੰ ਫਿਰ ਜਿਹੜਾ ਹਸਪਤਾਲ ਲਿਜਾਇਆ ਗਿਆ। ਸੋ ਫਾਇਰ ਡਿਪਾਰਟਮੈਂਟ ਜਿਹੜੀ ਸੈਕਰਾਮੈਂਟੋ ਦੀ ਆ, ਉਹਨਾਂ ਦੇ ਕੈਪਟਨ ਜਸਟਿਨ ਸਿਲਵੀਆ, ਉਹਨਾਂ ਨੇ ਇਹ ਕਿਹਾ ਵੀ that could be a matter of life and death for one of the victims in this fire. ਸੋ ਲੱਕਲੀ ਜਿਹੜੇ ਆ ਦੋਨੋਂ ਜਿਹੜੇ ਬਜ਼ੁਰਗ ਆ ਉਹ ਗੁਆਂਢੀ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਜੀ। ਜਿੱਦਾਂ ਆਪਾਂ ਪਹਿਲੀ ਖਬਰ 'ਚ ਦੱਸਿਆ ਵੀ ਨਿਊਸਮ ਹੁਣੀ ਟਰੰਪ ਪ੍ਰੂਫ ਕਰਨਾ ਚਾਹੁੰਦੇ ਆ ਕੈਲੀਫੋਰਨੀਆ ਨੂੰ, ਪਰ ਕੈਲੀਫੋਰਨੀਆ ਦੇ ਵਿਦਿਨ ਕੁਝ ਅਜਿਹੇ ਸ਼ਹਿਰ ਨੇ ਜੋ ਆਪਣੇ ਆਪ ਨੂੰ ਨਿਊਸਮ ਪ੍ਰੂਫ ਕਰਨਾ ਚਾਹੁੰਦੇ ਆ। ਕੈਲੀਫੋਰਨੀਆ ਦੀ ਜਿਹੜੀ ਕੋਸਟਲ ਸਿਟੀ ਨਿਊਪੋਰਟ ਬੀਚ, ਉਹਨਾਂ ਦੇ ਜਿਹੜੇ ਮੇਅਰ ਆ ਉਹਨਾਂ ਨੇ ਕਿਹਾ ਵੀ ਜਿਹੜੀ ਡੈਮੋਕ੍ਰੈਟਿਕ ਕੰਟਰੋਲਡ ਲੈਜਿਸਲੇਚਰ ਆ, ਉਹਨਾਂ ਨੇ ਜਿਹੜੇ ਸੈਂਚੁਰੀ ਸਟੇਟ ਲਾਜ਼ ਬਣਾਏ ਆ ਇਲੀਗਲ ਇਮੀਗ੍ਰੈਂਟਸ ਨੂੰ ਜਿਹੜਾ ਬਚਾਉਣ ਦੇ ਲਈ ਡੈਪੋਟੇਸ਼ਨ ਤੋਂ, ਉਹ ਇੱਕ ਸਾਡੇ ਲਈ ਮਾੜੀ ਚੀਜ਼ ਆ। ਜਿਹੜੇ ਉੱਥੋਂ ਦੇ ਮੇਅਰ ਨੇ ਉਹਨਾਂ ਨੇ ਜਿਹੜਾ ਉਹ ਦੱਸਿਆ, ਵਿਲ ਓਨੀਲ, ਉਹਨਾਂ ਨੇ ਗਵਰਨਰ ਗੈਵਿਨ ਨਿਊਸਮ ਦੀਆਂ ਜਿਹੜੀਆਂ ਸੈਂਚੁਰੀ ਪਾਲਿਸੀਜ਼ ਆ ਉਹਨਾਂ ਦੇ ਉੱਤੇ ਕਹਿ ਲਓ ਵੀ ਸਿੱਧੇ ਤੌਰ ਦੇ ਉੱਤੇ ਵਾਰ ਕੀਤਾ ਆ। ਰੀਸੈਂਟਲੀ ਨਿਊਪੋਰਟ ਬੀਚ ਦੇ ਪਾਣੀਆਂ ਦੇ ਨਜ਼ਦੀਕ 18 ਮਾਈਗ੍ਰੈਂਟਸ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀ US ਕੋਸਟਲ ਗਾਰਡ ਤੋਂ, ਜੋ ਕਿ ਮੈਕਸੀਕੋ ਤੋਂ ਪਾਣੀ ਜ਼ਰੀਏ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਨ੍ਹਾਂ ਦੇ ਵਿੱਚੋਂ 2 ਜਾਣੇ ਉਜ਼ਬੇਕਿਸਤਾਨ ਤੇ 1 ਜਾਣਾ ਰਸ਼ੀਆ ਤੋਂ ਜਿਹੜਾ ਉਹ ਆਇਆ ਸੀ, ਜਿਨ੍ਹਾਂ ਨੂੰ ਇਵੈਂਚੁਅਲੀ CBP ਦੇ ਹਵਾਲੇ ਕਰ ਦਿੱਤਾ ਗਿਆ ਸੀ। ਸੋ ਨਿਊਪੋਰਟ ਬੀਚ ਦੇ ਜਿਹੜੇ ਮੇਅਰ ਵਿਲ ਓਨੀਲ ਆ, ਉਹਨਾਂ ਨੇ ਕੈਲੀਫੋਰਨੀਆ ਦੇ ਇਹਨਾਂ ਗਵਰਨਰ ਤੇ ਡੈਮੋਕ੍ਰੇਟ ਕੰਟਰੋਲ ਲੈਜਿਸਲੇਚਰ ਦੇ ਉੱਤੇ ਹੀ ਜਿਹੜੇ ਉਹ ਦੋਸ਼ ਮੜੇ ਆ। ਕਹਿੰਦੇ ਵੀ ਜਿਹੜੀਆਂ ਪਾਲਿਸੀ ਸੈਕਰਾਮੈਂਟੋ ਦੇ ਵਿੱਚ ਇੰਨੀਆਂ ਐਕਸਟ੍ਰੀਮ ਆ ਵੀ ਉਹ ਪ੍ਰੋਟੈਕਟ ਕਰ ਰਹੇ ਆ ਨੋਨ ਕ੍ਰਿਮੀਨਲਸ ਨੂੰ, ਜਿਹੜੇ ਕਿ ਮੁਲਕ ਦੇ ਵਿੱਚ ਇਲੀਗਲੀ ਆਏ ਹੋਏ ਨੇ, ਤੇ ਇਨਸੈਂਟੀਵਾਈਜ਼ ਕੀਤੀ ਹੋਈ ਆ ਉਹਨਾਂ ਨੇ ਇਲੀਗਲ ਇਮੀਗ੍ਰੇਸ਼ਨ। ਸੋ ਕੈਲੀਫੋਰਨੀਆ ਵੈਲਿਊਜ਼ ਐਕਟ ਜਿਹੜਾ SB 54 ਆ, ਜਿਸ ਨੂੰ ਸੈਂਚੁਰੀ ਸਟੇਟ ਲਾ ਵੀ ਆਖਿਆ ਜਾਂਦਾ ਆ, ਉਹਦੇ ਵਿੱਚ ਸਟੇਟ ਲਾ ਆ ਵੀ ਉਹ ਸਟੇਟ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਰੋਕਦਾ ਆ ਵੀ ਕਿਸੇ ਵੀ ਤਰੀਕੇ ਦੇ ਨਾਲ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਦਾ ਉਹਨਾਂ ਨੇ ਸਾਥ ਨਹੀਂ ਦੇਣਾ। ਇਹ ਕਾਨੂੰਨ ਗਵਰਨਰ ਜੈਰੀ ਬਰਾਊਨ 2017 ਦੇ ਵਿੱਚ ਸਾਈਨ ਕਰਕੇ ਕਾਨੂੰਨ ਬਣਾ ਕੇ ਗਏ ਸੀਗੇ। ਸੋ ਹੁਣ ਨਿਊਪੋਰਟ ਬੀਚ ਦੇ ਲਾ ਮੇਕਰਸ ਇਸ ਬਿੱਲ ਦੇ ਪੈਸੇਜ ਨੂੰ ਜਿਹੜਾ ਆ ਉਹਨਾਂ ਨੇ ਅਪੋਜ਼ ਕੀਤਾ ਸੀ, ਤੇ ਆਪਣੇ ਪੱਧਰ ਦੇ ਉੱਤੇ ਕੁਝ ਅਜਿਹੇ ਹੀ ਬਿੱਲ ਲਿਆਉਣਾ ਚਾਹੁੰਦੇ ਨੇ ਜਾਂ ਕਾਨੂੰਨ ਲਿਆਉਣਾ ਚਾਹੁੰਦੇ ਨੇ ਜਿਸ ਵਿੱਚ ਇਲੀਗਲ ਇਮੀਗ੍ਰੈਂਟਸ ਜੋ ਉਹਨਾਂ ਦੇ ਸ਼ਹਿਰ 'ਚ ਆ, ਉਹਨਾਂ ਦੀ ਡੈਪੋਟੇਸ਼ਨ ਦੇ ਵਿੱਚ ਉਹ ਮਦਦ ਕਰ ਸਕਣ। ਜਦੋਂ ਤੋਂ USA ਦੇ ਵਿੱਚ ਇਲੈਕਸ਼ਨ ਹੋਈ ਆ ਤੇ ਪ੍ਰੈਜ਼ੀਡੈਂਟ ਇਲੈਕਟ ਤੇ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਰਿਹਾ ਆ, ਤੇ ਜਿਹੜੇ ਚੋਰੀਆਂ ਚਕਾਰੀਆਂ ਕਰਦੇ ਲੋਕ ਉਹ ਹੁਣ ਫੜੇ ਜਾ ਰਹੇ ਆ, ਕੈਲੀਫੋਰਨੀਆ ਵਰਗੀ ਸਟੇਟ ਦੇ ਵਿੱਚ ਵੀ। ਕਿਉਂਕਿ ਕੈਲੀਫੋਰਨੀਆ ਦੇ ਗਵਰਨਰ ਨੂੰ ਕਹਿੰਦੇ ਨੀਂਦ ਨਹੀਂ ਆ ਰਹੀ ਜਿੱਦਾਂ ਦੇ ਇਲੈਕਸ਼ਨ ਰਿਜ਼ਲਟ ਆਏ ਆ, ਤੇ 40% ਵੋਟਾਂ ਜਿਹੜੀਆਂ ਉਹ ਰਿਪਬਲਿਕਨਸ ਨੂੰ ਪੈ ਗਈਆਂ ਆ। ਕੈਲੀਫੋਰਨੀਆ ਦੀ ਬਹੁਤ ਜ਼ਿਆਦਾ ਜਿਹੜੀ ਏਰੀਆ ਆ ਉਹ ਰੈੱਡ ਬਣ ਗਿਆ ਹੈਗਾ, ਸਿਰਫ ਵੱਡੇ ਜਿਹੜੇ ਸ਼ਹਿਰ ਆ ਬੇ ਏਰੀਏ ਲਾਸ ਐਂਜਲਸ ਨੂੰ ਛੱਡ ਕੇ। ਚੀਨੋ ਹਿਲਸ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਇੱਕ ਬੀਬੀ ਪੋਸਟ ਆਫਿਸ ਗਈ ਆਪਣੀ ਕਾਰ ਨੂੰ ਪਾਰ ਕਰਕੇ, ਜਦੋਂ ਬਾਹਰ ਆਈ ਤਾਂ ਉਹਦੀ ਕਾਰ ਟੁੱਟੀ ਹੋਈ ਸੀ ਤੇ ਉਹਦਾ ਸਮਾਨ ਵੀ ਸਾਰਾ ਜਾ ਚੁੱਕਾ ਸੀ। ਤੇ ਉੱਥੇ ਉਸਨੇ ਪੁਲਿਸ ਰਿਪੋਰਟ ਕਰਾਈ ਤੇ ਪੁਲਿਸ ਵਾਲਿਆਂ ਨੇ ਫਾਈਂਡ ਆਊਟ ਕਰਨਾ ਸ਼ੁਰੂ ਕੀਤਾ ਤੇ ਪਤਾ ਚੱਲਿਆ ਵੀ ਇੱਕ ਘਰ ਜਿਹੜਾ ਰੈਂਚੋ ਕੁਕਮੁੰਗਾ ਆ, ਉੱਥੇ ਉਹ ਲੋਕ ਗਏ ਹੈਗੇ ਆ। ਤੇ ਜਦੋਂ ਉਹਨਾਂ ਨੇ ਉਸ ਨੂੰ ਸਰਚ ਕੀਤਾ, ਉੱਥੇ ਕਹਿੰਦੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੇ ਸਟੋਲਨ ਪਰਸ, ਕ੍ਰੈਡਿਟ ਕਾਰਡ, ਆਇਡੈਂਟੀਫਿਕੇਸ਼ਨ ਕਾਰਡਸ, ਸੋਸ਼ਲ ਸਿਕਿਉਰਿਟੀ ਕਾਰਡਸ, ਪਾਸਪੋਰਟਸ,
ਇਹ ਸਾਰਾ ਕੁਝ ਮਿਲੇ। ਜਿਹੜੇ ਸਸਪੈਕਟ ਆ ਰੈਂਚੋ ਕੁੰਕਾਮੁੰਗਾ ਦੇ ਜਿਹੜੇ 3 ਰੈਜ਼ੀਡੈਂਟ ਡੇਵਿਡ ਬਸੈਟ, ਜਿਮੀ ਗ੍ਰਿਫਨ ਤੇ ਐਂਜਲਾ ਡੇਸੀ ਡਿਰਾਟੋ, ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਤੇ ਇਹਨਾਂ ਨੂੰ ਵਹੀਕਲ ਵਰਗਲਰੀ, ਕਨਸਪੀਰੇਸੀ, ਥੈਫਟ, ਯੂਜ਼ ਆਫ ਸਟੋਲਨ ਕ੍ਰੈਡਿਟ ਕਾਰਡ, ਫਰੋਜੂਲੈਂਟ ਲਾਇਸੈਂਸ ਪਲੇਟਸ, ਪੋਜੈਸ਼ਨ ਆਫ ਸਟੋਲਨ ਪ੍ਰੋਪਰਟੀ ਤੇ ਆਇਡੈਂਟੀਟੀ ਥੈਫਟ, ਇਹਨਾਂ ਸਾਰਿਆਂ ਕਰਕੇ ਜਿਹੜਾ ਚਾਰਜ ਆ ਉਹ ਕੀਤਾ ਗਿਆ ਹੈਗਾ। ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਜੇ ਤੁਹਾਨੂੰ ਮਾਰਕੀਟਸ ਦਾ ਵੀ ਹਾਲ ਆਪਾਂ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ 100 ਤੇ 99 ਪੁਆਇੰਟ ਵੱਧ ਕੇ 44,911 ਤੇ ਬੰਦ ਹੋਇਆ। S&P 34 ਪੁਆਇੰਟ ਵੱਧ ਕੇ 6,032, ਨੈਸਡੈਕ 100 ਤੇ 58 ਪੁਆਇੰਟ ਵੱਧ ਕੇ 19,218 ਤੇ ਬੰਦ ਹੋਇਆ। ਸੋਨੇ ਦਾ ਭਾਅ $2,674 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ, 10 ਈਅਰ ਯੀਲਡ 4.17% ਦੇ ਉੱਤੇ ਲਈ ਰਹੀ ਤੇ ਬਿਟਕੋਇਨ 96,482 ਤੇ ਇਥੀਰੀਅਮ $3596 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 58 ਪੈਸੇ ਤੇ $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 45 ਪੈਸੇ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਰਾਜਗਨਵੀਰ ਸਿੰਘ ਜੀ ਦੱਸ ਜਾਈਏ ਸਰੋਤਿਆਂ ਨੂੰ ਕਿ ਪੰਜਾਬੀ ਰੇਡੀਓ USA ਦੇ ਜਿਹੜੇ ਇੰਟਰਨੈਟ ਰੇਡੀਓ ਸੈਟਸ ਆ ਉਹ ਤੁਸੀਂ ਮੰਗਵਾ ਸਕਦੇ ਆ, ਰਿਸ਼ਤੇਦਾਰਾਂ ਨੂੰ ਭੇਜ ਸਕਦੇ ਆ। ਜਿਹੜੀ ਉਹਦੀ ਸ਼ਿਪਿੰਗ ਕਾਸਟ ਆ ਉਹ ਅਸੀਂ ਚਾਰਜ ਨਹੀਂ ਕਰ ਰਹੇ ਹੈਗੇ। ਬਹੁਤ ਲੋਕ ਕਾਲ ਕਰ ਰਹੇ ਆ, ਬਹੁਤ ਲੋਕ ਬਾਈ ਵੀ ਕਰ ਰਹੇ ਆ, ਆਪਣੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਟੇਟਾਂ ਦੇ ਵਿੱਚ ਭੇਜ ਰਹੇ ਆ ਜਿੱਥੇ ਸਾਡੇ ਰੈਗੂਲਰ ਟੈਰੇਸਟਰੀਅਲ ਰੇਡੀਓ ਨਹੀਂ ਚੱਲਦੇ ਹੈਗੇ। ਸੋ ਜ਼ਰੂਰ ਇੱਕ ਵਾਰੀ ਦੱਸਦੇ ਜਾਓ। ਬਿਲਕੁਲ ਜੀ। ਸੋ ਇਹ 2 ਦਸੰਬਰ ਤੱਕ ਸੇਲ ਚੱਲ ਰਹੀ ਆ। ਸਾਈਬਰ ਮੰਡੇ, ਬਲੈਕ ਫਰਾਈਡੇ ਸੇਲ ਚੱਲ ਰਹੀ ਆ। ਸੋ ਉਸ ਦਾ ਤੁਸੀਂ ਫਾਇਦਾ ਚੱਕੋ। ਤਾਂ ਉਸ ਦੇ ਵਿੱਚ ਸਿੰਪਲ ਜੀ ਜਿਹੜੀ ਇਹ ਗੱਲ ਆ ਜੀ, ਤੁਸੀਂ ਆਰਡਰ ਕਰਨਾ ਆ 408 722 7698 ਦੇ ਉੱਤੇ। ਸ਼ਿਪਿੰਗ ਕਾਸਟ ਜਿਹੜੀ ਤੁਹਾਡੇ ਤੋਂ ਨਹੀਂ ਲਈ ਜਾਊਗੀ ਤੇ ਤੁਹਾਨੂੰ ਜਿਹੜਾ ਰੇਡੀਓ ਉਹ ਸ਼ਿਪ ਕਰ ਦਿੱਤਾ ਜਾਊਗਾ। ਸੋ ਤੁਸੀਂ ਕਾਲ ਕਰੋ, ਆਰਡਰ ਕਰੋ ਤੇ ਇਸ ਦਾ ਜਿਹੜਾ ਉਹ ਫਾਇਦਾ ਚੱਕੋ। ਜੇ ਖੁਦ ਆਪਣੇ ਲਈ ਲੈਣਾ ਆ ਜਾਂ ਕਿਸੇ ਨੂੰ ਗਿਫਟ ਕਰਨਾ ਆ ਤਾਂ ਉਹ ਜ਼ਰੂਰ ਆ ਵੀ ਤੁਸੀਂ ਜਿਹੜੇ ਇੰਟਰਨੈਟ ਰੇਡੀਓ ਸੈਟਸ ਆ ਪਹਿਲਾਂ ਹੀ ਬਾਏ ਕਰਕੇ ਜਿਹੜਾ ਉਹ ਤੁਸੀਂ ਰੱਖ ਲਓ। 408 722 7698 ਜਾਂ 408 272 5200 ਤੇ ਕਾਲ ਕਰਕੇ ਆਰਡਰ ਕਰ ਸਕਦੇ ਹਾਂ। ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।